वाहिगुरु अब राखो दास भाट की लाज। ਇਹ ਸਵਈਆ ਸ੍ਰੀ ਗੁਰੂ ਪੰਚਮ ਪਾਤਸ਼ਾਹ ਦੇ ਦਰਬਾਰ ਦੇ ਇੱਕ ਕੀਰਤਨੀਏ ਨਲ ਭੱਟ ਜੀ ਨੇ ਉਚਾਰਨ ਕੀਤਾ ਹੈ, ਜੋ ਸਵਈਏ ਮੇਲੇ ਚੌਥੇ ਕੇ ਚੌਥਾ ਨਾਂ ਦੀ ਬਾਣੀ ਵਿੱਚ ਸੁਸ਼ੋਭਿਤ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਕ 1400 ਤੇ ਸੁਭਾਈਮਾਨ ਹੈ। ਗੁਰਬਾਣੀ ਵਿੱਚ ਕੁੱਲ 11 ਭੱਟਾਂ ਦੇ ਸਵਈਏ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਵੱਲੋਂ ਮੋਹਰ ਲਗਾ ਕੇ ਦਰਜ ਕੀਤੇ ਗਏ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਨ ਦਾ ਅਰਥ ਹੀ ਇਹੀ ਹੈ ਕਿ ਮਹਾਰਾਜ ਨੇ ਮੋਹਰ ਲਗਾਈ ਹੈ। ਇਹ ਸਵਈਏ ਅਕਾਲ ਪੁਰਖ ਦੀ ਗੁਰਜੋਤ ਦੀ ਮਹਿਮਾ ਵਿੱਚ ਉਚਾਰਨ ਕੀਤੇ ਗਏ ਹਨ। ਇਹ ਗੁਰਜੋਤ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਅਗਲੇ 4 ਸਰੂਪਾਂ ਭਾਵ ਪਹਿਲੇ 5 ਗੁਰੂ ਸਾਹਿਬਾਨ ਨੂੰ ਸੰਬੋਧਨ ਕਰਦਿਆਂ ਉਹਨਾਂ ਦੀ ਮਹਿਮਾ ਗਾ ਰਹੇ ਹਨ। ਇਹ ਸਾਰੇ ਸਵਈਏ ਪੜ੍ਹੇ ਸਮਝੇ ਬਿਨਾਂ ਸਮੁੱਚੀ ਬਾਣੀ ਦੇ ਵਿੱਚ ਥਾਂ-ਥਾਂ ਕੀਤੇ ਇਸ਼ਾਰੇ ਅਤੇ ਭੇਦ ਸਮਝ ਵਿੱਚ ਨਹੀਂ ਆ ਸਕਦੇ, ਭੁਲੇਖੇ ਪੈਣੇ ਲਾਜ਼ਮੀ ਹਨ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਅਕਾਲ ਪੁਰਖ ਦੀ ਉਪਮਾ ਵਿੱਚ ਹਰੇ, ਨਰਹਰੀ, ਰਾਮ, ਰਘੁਨਾਥ, ਗੋਪਾਲ, ਮੁਰਾਰੀ, ਦਮੋਦਰ, ਮਧੂਸੂਦਨ, ਕੇਸ਼ਵ, ਗੋਬਿੰਦ ਆਦਿ ਸ਼ਬਦ ਵਰਤੇ ਹਨ। ਪ੍ਰਭੂ ਦੇ ਪ੍ਰਹਲਾਦ, ਦ੍ਰੋਪਦੀ, ਸੁਦਾਮਾ, ਗਨਕਾ ਜਾਂ ਹੋਰ 33 ਕਰੋੜ ਆਦਿ ਦਾ ਉਧਾਰ ਕਰਨ ਦੀ ਗੱਲ ਵੀ ਲਿਖੀ ਹੈ, ਪਰ ਉਹਨਾਂ ਨੇ ਕਿਤੇ ਇਹ ਨਹੀਂ ਸਮਝਾਇਆ ਕਿ ਉਸ ਦਾ ਪ੍ਰਤੱਖ ਰੂਪ ਉਹ ਆਪ ਹੀ ਹਨ, ਸਿਵਾਏ ਕੁਝ ਇਸ਼ਾਰਿਆਂ ਦੇ। ਜਿਵੇਂ ਪੰਚਮ ਪਾਤਸ਼ਾਹ ਦੇ ਬਚਨ ਹਨ, ਨਾਨਕ ਗੁਰੂ ਹੈ ਅਤੇ ਨਾਨਕ ਖੁਦ ਹੀ ਹਰੀ ਹੈ। ਗੁਰੂ ਨਾਨਕ, ਨਾਨਕ ਹਰ ਸੋਏ, ਅੰਕ 864। ਅਤੇ ਗੁਰੂ ਨਾਨਕ ਸਭ ਤੋਂ ਵੱਡਾ ਹੈ, ਜਿਸਨੇ ਕਲਯੁਗ ਵਿੱਚ ਮੇਰੀ ਪੈਜ ਰੱਖੀ ਹੈ। ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਅੰਕ 750 ਆਦਿ। ਪਰ ਭੱਟ ਸਾਹਿਬਾਨ ਨੇ ਆਪਣੇ ਸਵਈਏ ਬਾਣੀ ਵਿੱਚ ਖੁੱਲ੍ਹ ਕੇ ਗੁਰੂ ਸਾਹਿਬਾਨ ਦੀ ਅਕਾਲ ਪੁਰਖ ਜਾਣ ਕੇ ਮਹਿਮਾ ਗਾਈ ਹੈ। ਗੁਰੂ ਸਾਹਿਬ ਕਿ ਉਹ ਆਪ ਹੀ ਹਰੀ, ਨਰਹਰੀ, ਰਾਮ, ਰਘੁਨਾਥ, ਗੋਪਾਲ, ਮੁਰਾਰੀ, ਦਮੋਦਰ, ਮਧੂਸੂਦਨ, ਕੇਸ਼ਵ, ਗੋਬਿੰਦ ਆਦਿ ਹਨ, ਜਿਵੇਂ ਕਿ ਮੌਜੂਦਾ ਸਵਈਏ ਵਿੱਚ ਦੱਸਿਆ ਹੈ। ਭੱਟ ਕੀਰਤ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ, ਸ੍ਰੀ ਗੁਰੂ ਅੰਗਦ ਸਾਹਿਬ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਬਾਰੇ ਸਪਸ਼ਟ ਹੀ ਕਰ ਦਿੱਤਾ ਹੈ ਕਿ ਉਹ ਨਾਰਾਇਣ ਖੁਦ ਹੀ ਰੂਪ ਧਾਰ ਕੇ ਜਗ ਵਿੱਚ ਵਾਰ-ਵਾਰ ਆਇਆ ਹੈ। ਨਿਰੰਕਾਰ ਨੇ ਆਕਾਰ ਰੂਪ ਹੋ ਕੇ ਜਗਤ ਵਿੱਚ ਆਪਣੀ ਜੋਤ ਪ੍ਰਗਟ ਕੀਤੀ ਹੈ। ਗੁਰੂ ਨਾਨਕ ਦੀ ਗੁਰਜੋਤ ਰੂਪੀ ਕੁਲ ਵਿੱਚ ਨਾਰਾਇਣ ਖੁਦ ਗੁਰੂ ਅੰਗਦ, ਗੁਰੂ ਅਮਰਦਾਸ ਦੇ ਸਰੂਪ ਵਿੱਚ ਅਵਤਰਿਤ ਹੋਏ। ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲੈਣੇ ਸੰਗ ਹੋ, ਅੰਕ 1395। ਠੀਕ ਇਸੇ ਤਰ੍ਹਾਂ ਤੇ ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤਾ ਹੈ ਕਿ ਨਾਰਾਇਣ ਨੇ ਆਪ ਰੂਪ ਧਰ ਕੇ ਆਪਣੇ ਆਪ ਨੂੰ ਗੁਰੂ ਨਾਨਕ ਬਣਾ ਲਿਆ ਅਤੇ ਉਸ ਨਾਥ ਨੇ ਅਨਾਥਾਂ ਨੂੰ ਸਨਾਥ ਕਰ ਦਿੱਤਾ। ਉਸ ਨਿਰੰਕਾਰ ਜੋ ਨਰਾਂ ਦਾ ਪਤੀ ਅਤੇ ਰਾਜਿਆਂ ਦਾ ਰਾਜਾ ਹੈ ਨੇ ਆਪਣਾ ਆਕਾਰ ਬਣਾਇਆ ਹੈ, ਜੋ ਗੁਰੂ ਨਾਨਕ ਹੈ। ਨਾਰਾਇਣ ਨਿਜ ਰੂਪ ਧਰ ਨਾਥਾਂ ਨਾਥ ਸਨਾਥ ਕਰਾਇਆ, ਨਰਪਤ ਨਰਹਿ ਨਰਿੰਦ ਹੈ, ਨਿਰੰਕਾਰ ਆਕਾਰ ਬਣਾਇਆ। ਵਾਰ 24 ਪੌੜੀ ਪਹਿਲੀ। ਭੱਟ ਗਯੰਦ ਜੀ ਨੇ ਸਮੇਂ ਦੇ ਗੁਰਜੋਤ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਵਾਹ ਗੁਰੂ ਕਹਿ ਕੇ ਸੰਬੋਧਨ ਕਰਦਿਆਂ ਸ਼ਰਧਾ ਦੇ ਸੁਮਨ ਭੇਟ ਕੀਤੇ ਹਨ ਅਤੇ ਅਕਾਲ ਪੁਰਖ ਦੀ ਅਚਰਜ ਲੀਲਾ ਬਿਆਨ ਕੀਤੀ ਹੈ ਕਿ ਹੇ ਵਾਹਿਗੁਰੂ, ਤੂੰ ਹੀ ਬ੍ਰਹਮਾ, ਵਿਸ਼ਨੂੰ ਆਦਿ ਦੇਵਤੇ ਰਚੇ ਹਨ ਅਤੇ 84 ਲੱਖ ਜੂਨਾਂ ਰਚ ਕੇ ਤਦ ਤੋਂ ਉਹਨਾਂ ਨੂੰ ਰਿਜ਼ਕ ਦੇ ਰਿਹਾ ਹੈ ਅਤੇ ਹਰ ਯੁੱਗ ਵਿੱਚ ਵੱਖ-ਵੱਖ ਰੂਪ ਅਤੇ ਨਾਉ ਧਰਾ ਕੇ ਆਪਣੇ ਸੇਵਕਾਂ ਦੇ ਅੰਗ ਸੰਗ ਰਿਹਾ ਹੈ ਅਤੇ ਉਹ ਤੇਰੇ ਕਰਕੇ ਹੀ ਜਾਣੇ ਜਾਂਦੇ ਹਨ। ब्रह्मा बिसन सिरे तै अगनत, तिनको मोह पया मन मद का, 84 लख जो न पाई रिजक दिया सब हूँ को तद का, सेवक कै भरपूर जुग जुग वाहगुरु तेरा सब सदका। हे गुरु रामदास, सब कुछ तेरे सदका ही है। ਉਹ ਗੁਰੂ ਰਾਮਦਾਸ ਸਾਹਿਬ ਨੂੰ ਸਮੇਂ ਦੀ ਗੁਰਜੋਤ ਜਾਣ ਕੇ ਅਕਾਲ ਪੁਰਖ ਦਾ ਰੂਪ ਜਾਣ ਕੇ ਇਹ ਬਚਨ ਕਰ ਰਹੇ ਹਨ। ਅੰਕ 1403। ਇਸੇ ਤਰ੍ਹਾਂ ਬਲਵੰਡ ਅਤੇ ਸੱਤਾ ਦੋ ਸਿੱਖਾਂ ਨੇ ਵੀ 866 ਅੰਕ ਤੇ ਰਾਮਕਲੀ ਕੀ ਵਾਰ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਪਾਰ ਬ੍ਰਹਮ ਕਰ ਨਮਸਕਾਰਿਆ ਲਿਖਿਆ ਹੈ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਨਾਲ ਹੀ ਉਹਨਾਂ ਨੂੰ ਗੁਰੂ ਨਾਨਕ, ਗੁਰੂ ਅੰਗਦ ਦੇਵ ਅਤੇ ਗੁਰੂ ਅਮਰਦਾਸ ਵੀ ਕਹਿ ਦਿੱਤਾ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰ। ਅੰਕ 968। ਗੁਰੂ ਸਾਹਿਬਾਨ ਸੁਆਮੀ ਹਨ ਅਤੇ ਭੱਟ ਸਾਹਿਬਾਨ ਉਹਨਾਂ ਦੇ ਜਨ ਹਨ, ਦੋਨੋਂ ਇੱਕਮਿਕ ਜਿਵੇਂ ਪਾਣੀ ਵਿੱਚ ਪਾਣੀ। ਸੁਆਮੀ ਦਾ ਭੇਦ ਤਾਂ ਜਨ ਹੀ ਜਾਣ ਸਕਦਾ ਹੈ ਕਿਉਂਕਿ ਉਹ ਉਸ ਵਿੱਚ ਅਭੇਦ ਹੈ। ਭਗਤ ਰਵਿਦਾਸ ਜੀ ਇਹ ਭੇਦ ਸਮਝਾਉਂਦੇ ਹਨ। ਭਗਤ ਜੀ ਫਰਮਾਨ ਕਰਦੇ ਹਨ ਕਿ ਪ੍ਰਭੂ ਦਿਲ ਦੀਆਂ ਜਾਣਨਹਾਰ ਹੈ ਅਤੇ ਮਾਲਕ ਹੈ। ਜਨ ਜਾਂ ਭਗਤ ਦੀ ਪਛਾਣ ਉਸਦੇ ਸੁਆਮੀ ਪ੍ਰਭੂ ਕਰਕੇ ਹੁੰਦੀ ਹੈ, ਪਰ ਇਸ ਦੇ ਨਾਲ ਹੀ ਸੁਆਮੀ ਪ੍ਰਭੂ ਦਾ ਭੇਦ ਵੀ ਜਨ ਜਾਂ ਭਗਤ ਰਾਹੀਂ ਹੀ ਜਾਣਿਆ ਜਾ ਸਕਦਾ ਹੈ। ਤੁਮ ਜੋ ਨਾਇਕ ਆਛੋ ਅੰਤਰਜਾਮੀ, ਪ੍ਰਭ ਤੇ ਜਨ ਜਾਣੀਜੈ, ਜਨ ਤੇ ਸੁਆਮੀ। ਪ੍ਰਭੂ ਕਰਕੇ ਜਨ ਜਾਣਿਆ ਜਾਂਦਾ ਹੈ, ਜਨ ਕਰਕੇ ਸੁਆਮੀ ਪ੍ਰਭੂ ਜਾਣਿਆ ਜਾਂਦਾ ਹੈ। ਅੰਕ 93। ਇਸ ਪੰਕਤੀ ਦੀ ਸੱਚਾਈ ਭੱਟ ਸਾਹਿਬਾਨ ਦੀ ਬਾਣੀ ਨੂੰ ਸਮਝ ਕੇ ਪ੍ਰਤੱਖ ਹੁੰਦੀ ਹੈ, ਕਿਉਂਕਿ ਭੱਟ ਸਾਹਿਬਾਨ ਦੀ ਬਾਣੀ ਨੂੰ ਸਮਝਣ ਨਾਲ ਗੁਰਬਾਣੀ ਦੇ ਬਹੁਤ ਸਾਰੇ ਗੁੱਝੇ ਭੇਦ ਸੁਲਝਦੇ ਹਨ, ਸਮਝ ਪੈਂਦੇ ਹਨ। ਮੌਜੂਦਾ ਸ਼ਬਦ ਸਵਈਏ ਮਹਿਲੇ ਚੌਥੇ ਕੇ ਵਿੱਚ ਹੋਣ ਦਾ ਅਰਥ ਇਹ ਹੈ ਕਿ ਇਹ ਗੁਰੂ ਨਾਨਕ ਗੁਰਜੋਤ ਦੇ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਸੰਬੋਧਨ ਕਰਕੇ ਉਹਨਾਂ ਦੀ ਸਿਫਤ ਸਲਾਹ ਵਿੱਚ ਉਚਾਰਨ ਕੀਤਾ ਗਿਆ ਹੈ। ਆਓ ਸ਼ਬਦ ਦੀ ਵਿਚਾਰ ਕਰੀਏ।
ਅਬ ਰਾਖੋ ਦਾਸ ਭਾਟ ਕੀ ਲਾਜ। ਭੱਟ ਨਲ ਜੀ ਗੁਰੂ ਨਾਨਕ ਗੁਰਜੋਤ ਦੇ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਅਰਜ਼ੋਈ ਕਰਦੇ ਹਨ ਕਿ ਹੇ ਗੁਰੂ ਰਾਮਦਾਸ, ਆਪਣੇ ਇਸ ਦਾਸ ਭੱਟ ਨਲ ਦੀ ਇਸ ਜਨਮ ਵਿੱਚ ਆਪਣੇ ਨਾਲ ਆਏ ਦੀ ਲਾਜ ਰੱਖ ਲਓ। ਜਿਵੇਂ ਭਗਤ ਸਧਨਾ ਜੀ ਅੰਕ 858 ਤੇ ਅਰਜ਼ੋਈ ਕੀਤੀ ਹੈ ਕਿ ਮੈਂ ਕੁਝ ਵੀ ਨਹੀਂ, ਮੇਰੀ ਕੋਈ ਪਾਇਆ ਨਹੀਂ, ਮੇਰਾ ਕੁਝ ਵੀ ਨਹੀਂ, ਮਸਾਂ ਹੀ ਇਹ ਅਵਸਰ ਮਿਲਿਆ ਹੈ, ਇਹ ਮਾਨਸ ਜਨਮ ਮਿਲਿਆ ਹੈ। हे ਪ੍ਰਭੂ, ਮੇਰੀ ਲਾਜ ਰੱਖ ਲਓ, ਭਾਵ ਮੈਨੂੰ ਸੰਸਾਰ ਸਮੁੰਦਰ ਚੋਂ ਕੱਢ ਲਓ। ਇਹ ਸਧਨਾ ਤੇਰਾ ਦਾਸ ਹੈ, ਮੈਂ ਨਾਹੀ ਕਛੋ ਨਾਹੀ ਕਿਛ ਆਏ ਨ ਮੋਰਾ, ਅਵਸਰ ਲੱਜਾ ਰਾਖ ਲਿਓ ਸਧਨਾ ਜੰਤੋ। ਅਵਸਰ ਮੀਨਸ ਇਹ ਮਨੁੱਖਾ ਜਨਮ ਇੱਕ ਅਵਸਰ ਦੀ ਤਰ੍ਹਾਂ ਮਿਲਿਆ ਹੈ ਤੇ ਮੇਰੀ ਲੱਜਾ ਰੱਖ ਲਓ। ਅਜਿਹੀ ਅਰਜ਼ੋਈ ਭਗਤ ਕਬੀਰ ਜੀ ਨੇ ਕੀਤੀ ਹੈ ਕਿ हे ਭਗਤੀ ਕਰਨ ਵਾਲਿਓ, ਇਸੇ ਜਨਮ ਵਿੱਚ ਆਪਣਾ ਲੇਖਾ ਨਿਬੜਵਾ ਲਓ। ਮੇਰੀ ਵੀ ਅਰਜ਼ੋਈ ਹੈ ਕਿ हे ਪ੍ਰਭੂ, ਇਸੇ ਵਾਰੀ ਭਾਵ ਇਸੇ ਜਨਮ ਵਿੱਚ ਮੈਨੂੰ ਬਖਸ਼ ਲਓ ਅਤੇ ਮੇਰਾ ਜਨਮ ਮਰਨ ਦਾ ਸਿਲਸਿਲਾ ਨਿਬੇੜ ਦਿਓ, ਤਾਂ ਕਿ ਮੁੜ ਜੌਨੀ ਦੇ ਰਸਤੇ ਤੋਂ ਇਸ ਸੰਸਾਰ ਵਿੱਚ ਦੁਬਾਰਾ ਮੇਰਾ ਫੇਰਾ ਨਾ ਲੱਗੇ। ਕਹਿ ਕਬੀਰ ਸੁਨੋ ਰੇ ਸੰਤੋ, ਖੇਤ ਹੀ ਕਰੋ ਨਿਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨ ਪਵ ਜਲ ਫੇਰਾ। ਫਿਰ ਉਪਾਅ ਵੀ ਦੱਸਿਆ ਹੈ ਕਿ ਹਰ ਇੱਕ ਦੇ ਗੁਰੂ ਨਾਲ ਮਿਲ ਕੇ ਹੀ ਕਪਾਟ ਖੁੱਲੇ ਹਨ ਅਤੇ ਜਿਹਾ ਮਨੁੱਖ ਫਿਰ ਜੂਨਾਂ ਵਿੱਚ ਨਹੀਂ ਆਇਆ। ਇਹ ਮਨੁੱਖ, ਇਹੀ ਤੇਰਾ ਮੌਕਾ ਹੈ, ਇਹੀ ਤੈਨੂੰ ਵਾਰੀ ਮਿਲੀ ਹੈ, ਭਾਵ ਇਹ ਮਨੁੱਖਾ ਜੀਵਨ ਵਾਰ-ਵਾਰ ਨਹੀਂ ਮਿਲਦਾ। ਗੁਰ ਮਿਲ ਤਾਂ ਕੇ ਖੁੱਲੇ ਕਪਾਟ, ਬਹੁਰ ਨ ਆਵੇ ਜੋਨੀ ਬਾੜ, ਇਹੀ ਤੇਰਾ ਅਵਸਰ, ਇਹ ਤੇਰੀ ਬਾਰ। ਅੰਕ 1159। ਭੱਟ ਨਲ ਜੀ ਨੂੰ ਵੱਡੇ ਭਾਗਾਂ ਨਾਲ ਗੁਰੂ ਸਾਹਿਬ ਮਿਲ ਪਏ, ਜਿਸ ਕਰਕੇ ਉਹ ਭਗਤ ਕਬੀਰ ਜੀ ਵਾਂਗ ਸਾਵਧਾਨ ਹਨ ਅਤੇ ਮੌਕਾ ਸੰਭਾਲ ਕੇ ਇਸੇ ਜਨਮ ਵਿੱਚ ਹੀ ਗੁਰੂ ਤੋਂ ਕਿਰਪਾ ਪ੍ਰਾਪਤ ਕਰਨ ਲਈ ਅਰਜ਼ੋਈ ਕਰ ਰਹੇ ਹਨ। ਅੱਗੋਂ ਭੱਟ ਜੀ ਮਿਸਾਲਾਂ ਦਿੰਦੇ ਹਨ ਕਿ हे ਗੁਰੂ, ਤੁਸੀਂ ਮੇਰੀ ਲਾਜ ਰੱਖੋ, ਜਿਵੇਂ ਤੁਸੀਂ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਯੁੱਗਾਂ 'ਚ ਹੇਠਾਂ ਦੱਸੇ ਭਗਤਾਂ ਦੀ ਲਾਜ ਰੱਖੀ ਸੀ। ਪੰਕਤੀ ਹੈ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਖ ਸਫਾਰੇ ਕਰੇ ਆਜ। ਭੱਟ ਜੀ ਗੁਰਜੋਤ ਸ੍ਰੀ ਗੁਰੂ ਰਾਮਦਾਸ ਸਾਹਿਬ ਨੂੰ ਬੇਨਤੀ ਕਰਦੇ ਹਨ ਕਿ ਮੇਰੀ ਲਾਜ ਰੱਖੋ, ਜਿਵੇਂ ਤੁਸੀਂ ਉਸ ਸਮੇਂ ਨਰਸਿੰਘ ਸਰੂਪ ਹੋ ਕੇ ਪ੍ਰਗਟ ਹੋ ਕੇ ਭਗਤ ਪ੍ਰਹਿਲਾਦ ਦੀ ਭਗਤੀ ਦੀ ਲਾਜ ਰੱਖੀ ਅਤੇ ਉਸ ਖਾਤਰ ਹਰਨਾਕਸ਼ ਨੂੰ ਹੱਥਾਂ ਦੇ ਨੋਹਾਂ ਨਾਲ ਪਾੜ ਦਿੱਤਾ। ਭਗਤ ਪ੍ਰਹਿਲਾਦ ਜੀ ਦੀ ਰਾਖੀ ਲਈ ਨਰਸਿੰਘ ਦੇ ਪ੍ਰਗਟ ਹੋ ਕੇ ਆਉਣ ਬਾਰੇ ਗੁਰਬਾਣੀ ਵਿੱਚ ਅਨੇਕਾਂ ਵੇਰਸ ਕਰਾਇਆ। ਸ੍ਰੀ ਗੁਰੂ ਅਮਰਦਾਸ ਸਾਹਿਬ, ਭਗਤ ਕਬੀਰ ਜੀ ਅਤੇ ਭਗਤ ਨਾਮਦੇਵ ਜੀ ਨੇ ਤਾਂ ਗੁਰਬਾਣੀ ਵਿੱਚ ਪੂਰੀ ਸਾਖੀ ਉਚਾਰਨ ਕੀਤੀ ਹੈ। ਭਗਤ ਕਬੀਰ ਜੀ ਨੇ ਦੇ ਅੰਕ 1194 ਤੇ ਵਾਕ ਹਨ, ਕਾੜ ਖੜਗ ਕੋ ਪਿਓ ਰਸਾਏ, ਤੁਝ ਰਾਖਨ ਹਾਰੋ ਮੋਹਿ ਬਤਾਏ। ਤਲਵਾਰ ਕੱਢ ਕੇ ਖੜਾ ਹੋ ਗਿਆ ਗੁੱਸੇ ਵਿੱਚ, ਮੈਂ ਵੇਖਦਾ ਤੈਨੂੰ ਕੌਣ ਰੱਖਣ ਵਾਲਾ ਤੇਰਾ। ਪ੍ਰਭ ਥੰਬ ਤੇ ਨਿਕਸੇ ਕਹਿ ਬਿਸਥਾਰ, ਥੰਬ ਚੋਂ ਨਿਕਲ ਕੇ ਆ ਗਏ। ਹਰਨਾਖਸ ਛੇਦਿਓ ਨਖ ਬਿਤਾਰ, ਓਏ ਪਰਮ ਪੁਰਖ ਦੇਵਾਦ ਦੇਵ, ਭਗਤ ਹੇਤ ਨਰਸਿੰਘ ਪੇ। ਉਹ ਕਾਲ ਪੁਰਖ ਦਾ ਰੂਪ ਭਗਤ ਹੇਤ ਭਗਤਾਂ ਦੀ ਖਾਤਰ ਨਰਸਿੰਘ ਭੇਸ ਧਾਰ ਕੇ ਆ ਗਏ। हे ਪਰਮ ਪੁਰਖ ਵਾਹਿਗੁਰੂ, ਤੂੰ ਹੀ ਆਪਣੇ ਭਗਤ ਦੀ ਖਾਤਰ ਨਰਸਿੰਘ ਦਾ ਰੂਪ ਧਾਰਨ ਕੀਤਾ ਹੈ। ਕਹਿ ਕਬੀਰ ਕੋ ਲਖੈ ਨ ਪਾਰ, ਪ੍ਰਹਿਲਾਦ ਧਾਰੇ ਅਨੇਕ ਬਾਰ। ਭਗਤ ਦੀ ਪੈਜ ਰੱਖਣ ਖਾਤਰ ਤਾਂ ਅਜੀਬ ਡਰਾਉਣਾ ਪੱਤਾ ਨਰਸਿੰਘ ਭੇਸ ਧਾਰਨ ਕਰਨਾ ਵੀ ਤੂੰ ਪ੍ਰਵਾਨ ਕਰ ਗਿਆ। ਭਗਤ ਜੀ ਦੀਆਂ ਉੱਪਰ ਦਿੱਤੀਆਂ ਪੰਕਤੀਆਂ ਵਿੱਚ ਪ੍ਰਭ ਕੌਣ ਹੈ, ਇਹ ਭੇਦ ਭੱਟ ਨਲ ਜੀ ਨੇ ਖੋਲਿਆ ਹੈ। ਭੱਟ ਨਲ ਜੀ ਦੀ ਮੌਜੂਦਾ ਪੰਕਤੀ ਤੋਂ ਇਹ ਭੇਦ ਖੁੱਲਦਾ ਹੈ ਕਿ ਉਹ ਪ੍ਰਭ ਹੋਰ ਕੋਈ ਨਹੀਂ, ਗੁਰਜੋਤ ਹੀ ਸੀ, ਜਿਸ ਨੇ ਹਰਨਾਖਸ ਫਾਰੇ ਕਰ ਆਜ ਦਾ ਕੰਮ ਕੀਤਾ ਹੈ। ਕਰ ਹੁੰਦਾ ਹੱਥ, ਆਜ ਹੁੰਦਾ ਨਹੁੰ। ਹਰਨਾਖਸ਼ ਦੇ ਸਮੇਂ ਤੋਂ ਵੀ ਭਗਤ ਰੱਖਿਅਕ ਦਾ ਕਾਰਜ ਗੁਰਜੋਤ ਰਾਹੀਂ ਹੀ ਹੋਇਆ ਹੈ। ਇਸ ਤੋਂ ਪਹਿਲਾਂ ਗੁਰਜੋਤ ਦੀ ਹੋਂਦ ਕਦੋਂ ਤੋਂ ਹੈ, ਜਿਵੇਂ ਕਿ ਭੱਟ ਗਯੰਦ ਜੀ ਨੇ ਇਸੇ ਗੁਰਜੋਤ ਸਰੂਪ ਨੂੰ ਸੰਬੋਧਨ ਕਰਦਿਆਂ ਫਰਮਾਨ ਕੀਤਾ ਹੈ ਕਿ ਨਿਰੰਕਾਰ ਤਾਂ ਸਦਾ ਤੋਂ ਹੈ, ਪਰ हे ਗੁਰੂ ਰਾਮਦਾਸ ਸਾਹਿਬ, ਤੂੰ ਕਦੋਂ ਤੋਂ ਹੈ ਕੋਈ ਨਹੀਂ ਜਾਣਦਾ। ਤੂੰ ਵਾਹ ਹੈ, ਤੇਰੀ ਲੀਲਾ ਪਰਪਾਰ ਹੈ, ਸਭ ਸ੍ਰਿਸ਼ਟੀ ਤੇਰੇ ਹੀ ਸਦਕਾ ਹੈ। ਤੂੰ ਹੀ ਆਪਣੇ ਸੇਵਕਾਂ ਦੇ ਭਰਪੂਰ ਹੈ, ਜੁਗਾਂ ਜੁਗਾਂਤਰਾਂ ਤੋਂ ਉਹਨਾਂ ਦਾ ਰਾਖਾ ਹੈ। ਸੇਵਕ ਕਹਿ ਭਰਪੂਰ ਜੁਗ ਜੁਗ, ਵਾਹ ਗੁਰੂ ਤੇਰਾ ਸਭ ਸਦਕਾ। ਨਿਰੰਕਾਰ ਪ੍ਰਭ ਸਦਾ ਸਲਾਮਤ, ਨਿਰੰਕਾਰ ਸਦਾ ਤੋਂ ਹੈ, ਕਹਿ ਨਾ ਸਕੇ ਕੋਈ ਨਹੀਂ ਕਹਿ ਸਕਦਾ ਤੂੰ ਕਦ ਕਾ। हे ਗੁਰੂ ਰਾਮਦਾਸ, ਤੂੰ ਕਦੋਂ ਤੋਂ ਹੈ, ਗੁਰਜੋਤ ਕਦੋਂ ਤੋਂ ਹੈ, ਕੋਈ ਨਹੀਂ ਕਹਿ ਸਕਦਾ। ਅੰਕ 1403। ਅੱਗੋਂ ਗੁਰਬਾਣੀ ਵਿਚਲੇ ਕੁਝ ਹੋਰ ਗੁੱਝੇ ਭੇਦ ਵੀ ਖੋਲੇ ਜਾ ਰਹੇ ਹਨ, ਆਓ ਵੇਖੀਏ। ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਚੀਨਤ ਬਸਤਰ ਦੀਨ ਬਹੁ ਸਾਜ। हे ਗੁਰੂ ਰਾਮਦਾਸ ਸਾਹਿਬ, हे ਹਰੀ ਜੀ, हे ਪ੍ਰਭੂ ਜੀ, ਤੁਸੀਂ ਫਿਰ ਲਾਜ ਰੱਖੀ ਦ੍ਰੋਪਤੀ ਦੀ, ਜਦੋਂ ਭਰੇ ਦਰਬਾਰ ਦੇ ਵਿੱਚ ਉਸਦੇ ਬਸਤਰ ਖੋਏ ਭਾਵ ਉਤਾਰੇ ਜਾ ਰਹੇ ਸਨ। ਤੁਸੀਂ ਉਸ ਨੂੰ ਅਨੰਤ ਬਸਤਰ ਦੇ ਕੇ ਸਾਜਿਆ ਨਿਵਾਜਿਆ ਹੈ। ਚੇਤੇ ਰਹੇ, ਇਹ ਪੰਕਤੀਆਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੰਬੋਧਨ ਕਰਕੇ ਲਿਖੀਆਂ ਜਾ ਰਹੀਆਂ ਹਨ ਕਿ ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਤੂੰ ਹੀ हे ਪ੍ਰਭੂ ਜੀ ਦ੍ਰੋਪਤੀ ਦੀ ਲਾਜ ਰੱਖੀ। ਜਗ ਸਾਰਾ ਜਾਣਦਾ ਹੈ ਕਿ ਧ੍ਰਿਤਰਾਸ਼ਟਰ ਦੇ ਭਰੇ ਦਰਬਾਰ ਦੇ ਵਿੱਚ ਦੁਰਯੋਧਨ ਦੇ ਹੁਕਮ ਤੇ ਦੁਸ਼ਾਸਨ ਨੇ ਪਾਂਡਵਾਂ ਦੀ ਪਤਨੀ ਦ੍ਰੋਪਦੀ ਦੇ ਵਸਤਰ ਹਰਨ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ ਸੀ। ਸਾਰਿਆਂ ਪਾਸੋਂ ਨਿਰਾਸ ਹੋ ਕੇ ਜਦੋਂ ਉਸਨੇ ਕ੍ਰਿਸ਼ਨ ਜੀ ਅੱਗੇ ਅਰਦਾਸ ਕੀਤੀ ਤਾਂ ਉਹਨਾਂ ਨੇ ਕੱਪੜਿਆਂ ਦਾ ਕਿਲਾ ਬਣਾ ਦਿੱਤਾ ਤੇ ਉਸਦੀ ਪੱਤ ਰੱਖੀ। ਇਸ ਸੰਬੰਧੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ। ਪੰਚਾਲੀ ਕੋ ਰਾਜ ਸਭਾ ਮੈਂ, ਪੰਚਾਲੀ ਪੰਚਾਲ ਦੇਸ਼ ਦੀ ਸੀ, ਇਸ ਕਰਕੇ ਉਹਨੂੰ ਪੰਚਾਲੀ ਕਿਹਾ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ,
श्री कृष्ण जी का नाम आया, उसनों राम नाम लिख रहा। ताको दुख हरियो करना मैं, उस करुणा के खजाने ने उसका दुख हर लिया। अपनी पैज बढ़ाई। अंक 1008। नोट करने वाली यह गल है कि पातशाह गुरु तेग बहादुर जी श्री कृष्ण जी के नाम के नाल दी थां ते राम नाम अंकित करके गुरजोत का सिद्धांत दृढ़ कर रहे हैं। भाई गुरदास जी ने इंज अंकित करके स्पष्ट किया है। अखी मीट ध्यान तर हा हा कृष्ण करे बिल लांदी। अखा मीट के कृष्ण नूं पुकार के हा हा मैन बचा लै। कपड़ कोट उसारे, कृष्ण जी ने कपड़े का किला उसार दिता। थके दूत ने पार वसांदी, कपड़े का किला बनाता ते दूत जेडे गलत बंदे सन वो थक गए उतारते घर आई ठाकुर मिले। पैज रही बोले शर्मांदी। जद घर आई तो ठाकुर श्री कृष्ण जी मिले तो पुछते हैं पैज रह गई। शर्मांदी ने हाँ विच जवाब दिता। वार 10वीं पौड़ी 8वीं। भाई गुरदास जी ने श्री कृष्ण जी लिए ठाकुर शब्द वरत्या है। गुरबाणी विच अनेकां वार द्रौपदी की कथा के हवाले आए हैं, पर पट नल जी इत्थे श्री गुरु रामदास साहिब जी नूं गुरजोत के रूप में संबोधन करके उस वक्त दी द्रौपदी की पत का राखा दस के बेनती कर रहे हैं कि उसे तरह हुण इस बारी इस कलयुग च आए हो, इस वार दास भट्ट नल का भी उधार कर दिओ जिवें द्रौपदी का उधार किया। भट्ट जी की अगली पंक्ति है सोदामा आपदा ते राख्या घनका पड़त पूरे थे काज। भट्ट नल जी होर अर्जोई करते हैं कि हे गुरु रामदास साहिब जीओ, तुसी सुदामा दी दलिद्र दी आपदा तो राखी कीती सी ते गुरु रामदास साहिब जी दा की स्वरूप सी उस वक्त श्री कृष्ण जी। अते हे श्री गुरु रामदास जीओ, तुसी ही वेसवा गनका दे राम राम दे रट्टे दे नाल उसदा इस मनुखा जीवन का काज मनोरथ सफल कर दिता सी। इतिहासक तौर पर श्री कृष्ण जी ही सुदामा दी दलिद्र दी आपदा तो रक्षा की सी। श्री गुरु रामदास का अंक 1191 ते फरमान किया है कि सुदामा भावना दे नाल श्री कृष्ण जी नूं मिलिया सी अते महाराज ने उसदे वापस घर पुजण तो पहला उसका दलिद्र खत्म करके उसदे आपे नूं अपने निज स्वरूप विच समा लिया सी। मिलियो सुदामा भावनी तार शरता तार के सब किछ आग्या पहला ही दालत भंज समाया। उसका दलिद्र दूर करके उन्होंने अपने समा लिया। भगत कबीर जी ने भी अंक 856 ते सुदामा अते भगत जयदेव नामदेव नूं तुठ के चारे पदार्थ देने का हवाला देंदे हुए बचन कीते हैं। जयदेव नामा बिप सुदामा तिनको कृपा पई है अपार। उन्हां ते तो इन्नी कृपा की कह कबीर तुम समर्थ दाते चार पदार्थ देत न बार। तो चार पदार्थ दिंदे मिनट नहीं लाया। किथे भगत जयदेव जी, किथे भगत नामदेव जी, किथे सुदामा जी, सारियां ते उसे नहीं कृपा की गुरजोत ने। इन्हां तिन्हां भगतां नूं चारे पदार्थ देण वाले नूं समर्थ दाते किया है। भाई गुरदास जी ने भी सुदामा जी नूं श्री कृष्ण जी द्वारा चारे पदार्थ देण दी कथा विस्तार सहित बयान की है। दूरों देख डंडौत कर छड़ सिंहासन हर जी आए। हर जी कृष्ण जी नूं कह रहे हैं। चार पदार्थ सकुच पठाए। वार 10वीं पौड़ी 8। इत्थे श्री कृष्ण जी ਲਈ ही हर जी शब्द की वरतों हुई है। भगत कबीर जी के दसण ते भाई गुरदास जी के दसण विच चार पदार्थ देण वाली इको ही हस्ती है। भट्ट नल जी ने गल साफ कर दी है कि वह श्री गुरु रामदास साहिब ਲਈ गुरजोत ही है, जिसने समय समय ते प्रगट होके भगतां दी पैज रखी अते दुष्टां दा संहार किया। गुरु साहिबान ने यह नहीं दस्सिया कि चार पदार्थ देण वाले वो असी ही सां, पर भट्ट साहिबान ने साफ कर दिता। अगे गनका का हवाला आया है जो कित्ते तो एक वेसवा सी, जिसनों एक महात्मा जन एक तोता दे गए सन ਅਤੇ ਉਸਨੂੰ ਰਾਮ ਰਾਮ ਬੁਲਵਾਉਣ ਲਈ ਕਿਹਾ। ਇਸ ਗਨਕਾ ਦਾ ਤੋਤੇ ਨੂੰ ਰਾਮ ਰਾਮ ਕਹਾਉਂਦੀ ਦਾ ਉਧਾਰ ਹੋ ਗਿਆ। ਗੁਰਬਾਣੀ 'ਚ ਗਨਕਾ ਦਾ ਉਧਾਰ ਹੋਣ ਦੇ ਕਈ ਹਵਾਲੇ ਆਏ ਹਨ। ਸ੍ਰੀ ਗੁਰੂ ਅਰਜਨ ਸਾਹਿਬ ਨੇ 1192 ਅੰਕ ਤੇ ਇੰਜ ਫਰਮਾਨ ਕੀਤਾ ਹੈ ਕਿ ਹੇ ਮਨ ਭਾਵਨਾ ਧਾਰਨ ਕਰਕੇ ਸਾਖੀਆਂ ਸੁਣ। ਗਨਕਾ ਦਾ ਤੋਤੇ ਨੂੰ ਰਾਮ ਰਾਮ ਜਪਾਉਂਦੀ ਦਾ ਉਧਾਰ ਹੋ ਗਿਆ। ਸੁਣ ਸਾਖੀ ਮਨ ਜਪ ਪਿਆਰ। ਸਾਖੀ ਮਜ਼ ਜਿਹੜੀ ਅਸਲ ਘਟਨਾ ਹੈ, ਜਿਹੜੀ ਸਹੀ ਮਾਇਨਿਆਂ 'ਚ ਵਾਪਰੀ ਹੈ। ਸੁਣ ਸਾਖੀ ਮਨ ਜਪ ਪਿਆਰ। ਅੱਗੋਂ ਵਿੱਚ ਪੰਕਤੀ ਆਈ ਹੈ गनका उधरी हर कहे तोत। मेरा शब्द है जिहदे कई भगतां दी साखी आई है, उहदे च गनका दी भी आई है। गनका उधरी हर कहे तोत। तोते नूं हरी हरी वागरू वागरू भाव राम राम जपांदी दा उधार हो गया। भट्ट नल जी दे हवाले तो यह संकेत मिलता है कि गनका जी नूं जो महात्मा मिले सन वो गुरजोत दा ही रूप सन। शब्द की आखिरी पंक्तियां हैं श्री सतगुरु सो प्रसन्न कलयुग होए राखो दास भाट की लाज। पिछले युगों तो बाद हुण एक बार फिर हे गुरजोत सतगुर जीओ, हे श्री गुरु रामदास जीओ, इस सृष्टि ते प्रसन्न होए हो अते इस दा उद्धार करन हेतु इस कलयुग विच मुड़ प्रगट होए हो अते गुरजोत दे ਵੱਖ-ਵੱਖ ਸਰੂਪਾਂ ਦੇ ਦਰਸ਼ਨ ਦਿੱਤੇ ਹਨ। ਪਿਛਲੇ ਯੁਗਾਂ ਦਾ ਪ੍ਰਵਾਹ ਮੁੜ ਅੱਗੇ ਤੋਰਿਆ ਹੈ। ਇਸੇ ਲਈ ਲੜੀ ਵਿੱਚ ਹੁਣ ਇਸ ਵਾਰ ਇਸ ਦਾਸ ਭੱਟ ਨਲ ਦੀ ਵੀ ਇਸ ਮਨੁੱਖਾ ਜਨ ਆਏ ਦੀ ਲਾਜ ਰੱਖ ਲਓ ਅਤੇ ਇਹ ਅਵਸਰ ਪੂਰਾ ਕਰ ਦਿਓ ਜੀ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਬੜੇ ਸੁੰਦਰ ਬਚਨ ਹਨ। ਤੁਮ ਦਾਤੇ तुम पुरख बिधाते, तुम समर्थ सदा सुख दाते, सबको तुम ही ते वरसावै, अवसर करो हमारा पूरा जी। अंक 99।
ਇਹੋ ਜਿਹਾ ਹੀ ਵਲਵਲਾ ਭੱਟ ਲਾਲ ਜੀ ਦਾ ਹੈ। ਸਮੁੱਚੇ ਤੌਰ ਤੇ ਭੱਟ ਲਾਲ ਜੀ ਇਸ ਸੋਈਏ 'ਚ ਬੇਨਤੀ ਕੀਤੀ ਹੈ, ਹੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਜਿਵੇਂ ਗੁਰਜੋਤ ਦੇ ਪਿਛਲੇ ਵੱਖ-ਵੱਖ ਸਰੂਪਾਂ ਵਿੱਚ ਵੱਖ-ਵੱਖ ਸਮੇਂ ਤੇ ਤੁਸੀਂ ਪ੍ਰਹਿਲਾਦ, ਦ੍ਰੋਪਦੀ, ਸੁਦਾਮਾ, ਗਨਕਾ ਦਾ ਅਵਸਰ ਪੂਰਾ ਕੀਤਾ, ਮਨੁੱਖਾ ਜਨਮ ਸਫਲਾ ਕੀਤਾ, ਇਸੇ ਤਰ੍ਹਾਂ ਹੁਣ ਮਨੁੱਖਤਾ ਤੇ ਟੁੱਟ ਕੇ ਇਸ ਕਲਯੁਗ ਵਿੱਚ ਆਏ ਹੋ ਤਾਂ ਹੁਣ ਦਾਸ ਭੱਟ ਦਾ ਵੀ ਉਧਾਰ ਕਰ ਦਿਓ। ਸਪਸ਼ਟ ਕਰ ਦਿੱਤਾ ਭੱਟ ਜੀ ਨੇ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਦੇ ਲਈ ਨਾਂ ਵਰਤੇ ਗਏ ਹਨ ਉਹ ਸਾਰੇ ਗੁਰਜੋਤ ਲਈ ਹੀ ਵਰਤੇ ਗਏ ਹਨ, ਜੋ ਸਮੇਂ-ਸਮੇਂ ਤੇ ਪ੍ਰਗਟ ਹੁੰਦੀ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ